ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੱਜਣ ਭਾਈ ਸਾਹਿਬ ਨੂੰ ਮਿਲਣ ਆਇਆ। ਉਸਨੇ ਕਿਸੇ ਸਤਸੰਗੀ ਦੀ ਸ਼ਿਕਾਇਤ ਕੀਤੀ। ਭਾਈ ਸਾਹਿਬ ਜ਼ਰਾ ਉਦਾਸ ਹੋਏ ਅਤੇ ਫਰਮਾਇਆ ਕਿ ਤੁਸੀਂ ਡਰਾਇੰਗ ਰੂਮ ਵਿੱਚ ਬੈਠੇ ਹੋ ਜੋ ਸੋਹਣੀਆਂ ਸੋਹਣੀਆਂ ਚੀਜ਼ਾਂ ਨਾਲ ਸਜਿਆ ਹੈ। ਤੁਸੀਂ ਇਹਨਾਂ ਨਵੀਆਂ ਚੀਜ਼ਾਂ ਸੋਹਣੇ ਢੰਗ ਨਾਲ ਰੱਖੀਆਂ ਨੂੰ ਦੇਖ ਕੇ ਖੁਸ਼ ਕਿਉਂ ਨਹੀਂ ਹੁੰਦੇ? ਤੁਸੀਂ ਗੰਦੀਆਂ ਚੀਜ਼ਾਂ ਵੱਲ ਧਿਆਨ ਹੀ ਕਿਉਂ ਕਰਦੇ ਹੋ? ਇਸੇ ਤਰ੍ਹਾਂ ਕੌਣ ਬੰਦਾ ਪੂਰਾ ਹੈ? ਹਰ ਇੱਕ ਵਿੱਚ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੋਵੇਗੀ। ਤੁਸੀਂ ਗੁਣ ਦੇਖੋ। ਉਹ ਸੱਜਣ ਸ਼ਰਮਿੰਦਾ ਹੋ ਕੇ ਗਿਆ। ਭਾਈ ਸਾਹਿਬ ਜੀ ਦੇ ਪ੍ਰੇਮੀ ਉਹਨਾਂ ਨੂੰ ਆਪਣਾ ਦਸਵੰਧ ਭੇਜਦੇ ਕਿ ਇਸ ਨੂੰ ਕਿਸੇ ਸ਼ੁਭ ਕੰਮ ਤੇ ਖਰਚ ਕਰ ਦੇਵੋ। ਇੱਕ ਦਿਨ ਭਾਈ ਸਾਹਿਬ ਨੇ ਕਿਹਾ ਕਿ ਖੂਹ ਗਿੜਦਾ ਹੈ, ਟਿੰਡਾਂ ਦੀ ਰਾਹੀ ਪਾਣੀ ਨਿਸਾਰ ਵਿੱਚ ਜਾਂਦਾ ਹੈ। ਅੱਗੋਂ ਨਿਸਾਰ ਆਪਣੇ ਪਾਸ ਕੁਝ ਨਹੀਂ ਰੱਖਦੀ, ਆਡਾਂ ਦੀ ਰਾਹੀ ਖੇਤਾਂ ਵਿੱਚ ਭੇਜ ਦਿੰਦੀ ਹੈ। ਮਗਰ ਫਿਰ ਵੀ ਨਿਸਾਰ ਦੇ ਅੰਦਰ ਜੰਗਾਲ ਸਾਵਲ ਲੱਗ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਲੋਕਾਂ ਦੀਆਂ ਦਿੱਤੀਆਂ ਰਕਮਾਂ ਸ਼ੁਭ ਕੰਮਾਂ ਨੂੰ ਭੇਜ ਦਿੰਦੇ ਹਾਂ। ਕਈ ਵਾਰੀ ਮਨੀ ਆਰਡਰ ਫੀਸ ਵੀ ਪਾਸੋਂ ਦੇਣੀ ਪੈਂਦੀ ਹੈ, ਮਗਰ ਫਿਰ ਵੀ ਮਨ ਨੂੰ ਜੰਗਾਲ ਲੱਗ ਜਾਂਦਾ ਹੈ। ਇਸ ਪੁਸਤਕ ਦੇ ਲੇਖਕ ਦੇ ਪਿਤਾ ਜੀ ਦੀ ਭੂਆ ਸੀ। ਉਸ ਦਾ ਨਾਮ ਹਰਦਿੱਤੀ ਸੀ। ਉਸ ਦੀ ਸ਼ਾਦੀ ਰਾਏ ਬਹਾਦਰ ਝਾਂਗੀ ਰਾਮ PCS ਨਾਲ ਹੋਈ। 1910-11 ਵਿੱਚ ਲਾਹੌਰ ਵਿੱਚ ਦੇਵ ਸਮਾਜ ਦਾ ਬੜਾ ਜ਼ੋਰ ਸੀ। ਲਾਹੌਰ ਦੀ ਬ੍ਰਾਂਚ ਦਾ ਇੰਚਾਰਜ ਝਾਂਗੀ ਰਾਮ ਸੀ। ਇਹ ਦੋਵੇਂ ਪਤੀ ਪਤਨੀ ਦੇਵ ਸਮਾਜ ਦਾ ਬੜਾ ਪ੍ਰਚਾਰ ਕਰਦੇ, ਲੈਕਚਰ ਦਿੰਦੇ। ਸੈਂਕੜੇ ਆਦਮੀਆਂ ਨੂੰ ਉਹਨਾਂ ਨੇ ਦੇਵ ਸਮਾਜੀ ਬਣਾਇਆ ਹੋਵੇਗਾ। ਦੇਵ ਸਮਾਜੀ ਨਾਸਤਕ ਹੁੰਦੇ ਹਨ, ਰੱਬ ਨੂੰ ਨਹੀਂ ਮੰਨਦੇ। ਜਵਾਨ ਲੜਕੇ ਉਹਨਾਂ ਦੇ ਢਾਏ ਚੜ ਜਾਂਦੇ ਅਤੇ ਨਾਸਤਕ ਹੋ ਜਾਂਦੇ। ਉਹਨਾਂ ਦਿਨਾਂ ਵਿੱਚ ਭਾਈ ਸਾਹਿਬ ਜੀ ਨੇ ਖਾਲਸਾ ਸਮਾਚਾਰ ਵਿੱਚ ਦੇਵ ਸਮਾਜ ਵਿਰੁੱਧ ਦਰਜਨਾਂ ਲੇਖ ਲਿਖੇ ਤਾਂ ਜੋ ਘੱਟੋ ਘੱਟ ਸਿੱਖ ਤਾਂ ਇਸ ਹੜ ਤੋਂ ਬਚ ਜਾਣ। ਫਿਰ ਵੀ ਕਈ ਸਿੱਖ ਦੇਵ ਸਮਾਜੀ ਹੋ ਗਏ। ਰਾਏ ਬਹਾਦਰ ਝਾਂਗੀ ਰਾਮ ਅਮੀਰ ਆਦਮੀ ਸਨ। ਸਮਾਂ ਗੁਜ਼ਰਦਾ ਗਿਆ। ਇਹਨਾਂ ਦੀਆਂ 3 ਲੜਕੀਆਂ ਬੜੇ ਅਮੀਰ ਦੇ ਘਰ ਵਿਆਹੀਆਂ ਗਈਆਂ। ਦੇਸ਼ ਦੀ ਵੰਡ ਹੋ ਗਈ। ਘਰ-ਬਾਰ ਜਾਇਦਾਦ ਉੱਥੇ ਹੀ ਰਹਿ ਗਏ। ਮੇਰੀ ਬਦਲੀ ਦਿੱਲੀ ਹੋ ਗਈ ਅਤੇ ਮੈਂ ਦਿੱਲੀ ਛਾਵਣੀ ਵਿੱਚ ਰਹਿੰਦਾ ਸੀ। ਮੈਂ ਤੁਗਲਕਾਬਾਦ ਇੱਕ ਕੈਂਪ ਉੱਪਰ ਗਿਆ ਸੀ। ਉੱਥੇ ਲੜਕੀਆਂ ਦਾ ਸਕੂਲ ਦੇਖਿਆ। ਪਿੰਡਾਂ ਦੀਆਂ ਲੜਕੀਆਂ ਪੜ੍ਹਦੀਆਂ ਸਨ। ਅੰਦਰ ਚਲੇ ਗਏ। ਪਤਾ ਚੱਲਿਆ ਕਿ ਉੱਥੇ ਇੱਕ ਬਿਰਧ ਮਾਤਾ ਅਤੇ ਉਸਦੀ ਇੱਕ ਲੜਕੀ ਪੜ੍ਹਾਉਂਦੀਆਂ ਹਨ। ਪੁੱਛ ਕਰਨ 'ਤੇ ਪਤਾ ਚੱਲਿਆ ਕਿ ਉਹ ਬੁੱਢੀ ਮੇਰੇ ਪਿਤਾ ਜੀ ਦੀ ਭੂਆ ਸੀ। ਲਾਹੌਰ ਦੀ ਅਮੀਰੀ ਦੇਸ਼ ਦੀ ਵੰਡ ਨੇ ਖਤਮ ਕਰ ਦਿੱਤੀ ਸੀ। ਮੈਂ ਭੂਆ ਜੀ ਨੂੰ ਆਪਣੇ ਘਰ ਲੈ ਗਿਆ। 80 ਸਾਲ ਦੇ ਲਗਭਗ ਉਹਨਾਂ ਦੀ ਆਯੂ ਸੀ। ਵੇਲਾ ਦੇਖ ਕੇ ਮੈਂ ਉਹਨਾਂ ਨੂੰ ਅਸ਼ਟਗੁਰ ਚਮਤਕਾਰ ਪੜ੍ਹਨ ਨੂੰ ਦਿੱਤਾ। ਉਹ ਉਸ ਨੂੰ ਪੜ੍ਹਦੇ ਅਤੇ ਰੋਂਦੇ। ਗੱਲਬਾਤ ਹਿੰਦੀ ਵਿੱਚ ਕਰਦੇ ਸਨ। ये किसने लिखा है, कौन है, कहाँ है, शरीर में है? ਉਹਨਾਂ ਨੇ ਕਈ ਸਵਾਲ ਪੁੱਛੇ। ਮੈਂ ਟਾਲ ਜਾਵਾਂ। ਜਦੋਂ ਇਹ ਪੜ੍ਹ ਚੁੱਕੇ ਤਾਂ ਮੈਂ ਉਹਨਾਂ ਨੂੰ ਗੁਰੂ ਨਾਨਕ ਚਮਤਕਾਰ ਦਿੱਤਾ। ਉਹ ਪੜ੍ਹਨ ਤੇ ਫਿਰ ਰੋਵਨ, ਮਿੰਨਤ ਨਾਲ ਕਹਿਣ, ਮੁਝਕੋ ਦਰਸ਼ਨ ਕਰਾਓ। ਭਾਈ ਸਾਹਿਬ ਜੀ ਦੀਆਂ ਲਿਖਤਾਂ ਨੇ ਉਹਨਾਂ 'ਤੇ ਬੜਾ ਡੂੰਘਾ ਪ੍ਰਭਾਵ ਪਾਇਆ। ਉਹ ਬਾਣੀ ਪੜ੍ਹਨ ਲੱਗ ਪਏ ਅਤੇ ਬਾਬਾ ਜੀ ਦਾ ਪਾਠ ਵੀ ਕਰਨ ਲੱਗ ਪਏ। ਭਾਈ ਸਾਹਿਬ ਇੱਕ ਵਾਰੀ ਦਿੱਲੀ ਆਏ ਹੋਏ ਸਨ ਤਾਂ ਉਹਨਾਂ ਨੇ ਦਾਸ ਦੇ ਗ੍ਰਹਿ ਵਿਖੇ ਵੀ ਦਰਸ਼ਨ ਦਿੱਤੇ। ਮੈਂ ਕੰਮ ਤੇ ਗਿਆ ਹੋਇਆ ਸੀ। ਮੇਰੀ ਪਤਨੀ ਜਸਵੰਤ ਬਾਜ਼ਾਰ ਗਏ ਹੋਏ ਸਨ। ਘਰ ਵਿੱਚ ਇਹ ਭੂਆ ਜੀ ਹੀ ਸਨ। ਉਹਨਾਂ ਨੇ ਭਾਈ ਸਾਹਿਬ ਨੂੰ ਇਹ ਕਹਿ ਕੇ ਅੰਦਰ ਬਿਠਾਇਆ, ਅਭੀ ਆ ਜਾਤੇ ਹੈ, ਬੈਠੋ। ਕੁਝ ਮਿੰਟ ਪਿੱਛੋਂ ਜਸਵੰਤ ਆ ਗਈ। ਉਹਨਾਂ ਨੇ ਮੈਨੂੰ ਫੋਨ ਕੀਤੀ। ਮੈਂ ਉਸੀ ਤੋਂ ਪੁੱਛੇ ਬਗੈਰ ਨਹੀਂ ਆ ਸਕਦਾ ਸੀ। ਕੁਝ ਦੇਰੀ ਲੱਗ ਗਈ। ਜਦੋਂ ਮੈਂ ਘਰ ਪੁੱਜਿਆ ਤਾਂ ਉਹ ਕੇਵਲ 5 ਮਿੰਟ ਹੀ ਠਹਿਰੇ। ਪਿੱਛੋਂ ਮੈਂ ਭੂਆ ਜੀ ਨੂੰ ਦੱਸਿਆ। ਉਹ ਬੜੇ ਰੋਏ। ਮੁਝਕੋ ਬਤਾਇਆ ਨਹੀਂ, ਮੈਂ ਚਰਨ ਪਰਸਤੀ। ਭਾਈ ਸਾਹਿਬ ਨੇ ਦੂਜੇ ਦਿਨ ਟੁਰ ਜਾਣਾ ਸੀ। ਭੂਆ ਜੀ ਦਾ ਜੀਵਨ ਪਲਟਦਾ ਗਿਆ। ਜਦੋਂ ਮੈਂ ਅੰਮ੍ਰਿਤਸਰ ਗਿਆ ਤਾਂ ਉਹਨਾਂ ਨਾਲ ਸਾਰਾ ਜ਼ਿਕਰ ਕੀਤਾ। ਭਾਈ ਸਾਹਿਬ ਦੇ ਨੇਤਰਾਂ ਵਿੱਚੋਂ ਛਮਾ-ਛਮ ਆਂਸੂ ਗਿਰਨ ਲੱਗ ਪਏ। ਉਹ ਕਿਸੇ ਸ਼ੁਕਰ ਵਿੱਚ ਚਲੇ ਗਏ। ਬਚਨ ਕੀਤਾ ਕਿ ਦੁਸ਼ਮਣ ਦੇ ਕੈਂਪ ਦੀ ਇੱਕ ਬਾਹੀ ਗੁਰੂ ਮਿਹਰ ਸਦਕਾ ਗਿਰ ਗਈ। ਉਹ ਇਤਨੇ ਪ੍ਰਸੰਨ ਹੋਏ ਕਿ ਮੈਂ ਹੈਰਾਨ ਹੋ ਗਿਆ। ਪਿੱਛੋਂ ਮੇਰੀ ਬਦਲੀ ਮੇਰਠ ਹੋ ਗਈ। ਮੈਂ ਭੂਆ ਜੀ ਨੂੰ ਨਾਲ ਲੈ ਗਿਆ। ਭਾਈ ਸਾਹਿਬ ਜੀ ਡੇਰੇ ਜਾਂਦਿਆਂ ਸਾਡੇ ਪਾਸ ਆਏ। ਮੈਂ ਭੂਆ ਜੀ ਨੂੰ ਆਪਦੇ ਪਾਸ ਲੈ ਗਿਆ। ਜਾਣ ਪਛਾਣ ਕਰਵਾਈ। ਬ੍ਰਿਧ ਭੂਆ ਭਾਈ ਸਾਹਿਬ ਜੀ ਦੇ ਚਰਨਾਂ ਉੱਪਰ ਢਹਿ ਪਈ। ਉਹ ਬੜੀ ਰੋਈ। ਪੁੱਛਣ ਲੱਗੀ, ਇਹ ਕੈਸੇ ਲਿਖਤੇ ਹੋ, ਕੌਣ ਲਿਖਾਤਾ ਹੈ? ਭਾਈ ਸਾਹਿਬ ਨੇ ਪਿਆਰ ਕੀਤਾ। ਸੀਸ ਉੱਪਰ ਹੱਥ ਰੱਖਿਆ। ਕੁਝ ਬਚਨ ਕੀਤੇ। ਭੂਆ ਜੀ ਸੁਖੀ ਹੋ ਗਏ। ਇੱਕ ਵਾਰੀ ਬੀਬੀ ਸੰਤ ਨੇ ਭਾਈ ਸਾਹਿਬ ਪਾਸ ਬੇਨਤੀ ਕੀਤੀ ਕਿ ਜਦੋਂ ਆਪ ਜੀ ਦੇ ਦਰਸ਼ਨ ਕਰਕੇ ਵਾਪਸ ਜਾਈਦਾ ਹੈ ਤਾਂ ਦਿਲ ਬੜਾ ਦੁਖੀ ਹੁੰਦਾ ਹੈ, ਬੜੀ ਖਿੱਚ ਪੈਂਦੀ ਹੈ। ਭਾਈ ਸਾਹਿਬ ਨੇ ਫਰਮਾਇਆ ਕਿ ਕਦੀ ਰੇਲ ਗੱਡੀ ਦੇਖੀ ਹੈ?
ਇੱਕ ਡੱਬਾ ਦੂਜੇ ਡੱਬੇ ਨਾਲ ਜੁੜਿਆ ਨਹੀਂ ਹੁੰਦਾ। ਥੋੜ੍ਹਾ ਫਾਸਲਾ ਹੁੰਦਾ ਹੈ। ਵਿਚਕਾਰ ਚੇਨ ਹੁੰਦੀ ਹੈ। ਜੇਕਰ ਦੋਵੇਂ ਡੱਬੇ ਜੁੜੇ ਹੋਵਣ ਤਦੋਂ ਰੇਲ ਚੱਲ ਵੀ ਨਾ ਸਕੇ। ਇਸ ਲਈ ਥੋੜ੍ਹੀ ਵਿੱਥ ਪਰ ਰਹਿਣਾ ਹੀ ਸੁਖਦਾਈ ਹੈ। ਭਾਈ ਸਾਹਿਬ ਦੀ ਲਾਇਬ੍ਰੇਰੀ ਨੂੰ ਇੱਕ ਵਾਰੀ ਅੱਗ ਲੱਗ ਗਈ ਸੀ। ਕਾਫੀ ਕਿਤਾਬਾਂ ਸੜ ਕੇ ਸਵਾਹ ਹੋ ਗਈਆਂ। ਉਹਨਾਂ ਵਿੱਚ ਕਈ ਹੱਥ ਲਿਖਤਾਂ ਅਤੇ ਕਈ ਦੁਰਲਭ ਪੁਸਤਕਾਂ ਸਨ। ਭਾਈ ਸਾਹਿਬ ਉਸ ਸਮੇਂ ਕਸੌਲੀ ਸਨ। ਭਾਈ ਸਾਹਿਬ ਨੂੰ ਭਾਈ ਮਹਾਂ ਸਿੰਘ ਨੇ ਉਦਾਸੀ ਭਰੀ ਚਿੱਠੀ ਲਿਖੀ। ਭਾਈ ਸਾਹਿਬ ਨੇ ਪੱਤਰ ਪੜ੍ਹਿਆ ਅਤੇ ਕਿਸੇ ਨਾਲ ਉਸ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ। ਨਾ ਹੀ ਕਿਸੇ ਨੇ ਆਪ ਨੂੰ ਉਦਾਸ ਦੇਖਿਆ। ਭਾਈ ਸਾਹਿਬ ਨੇ ਭਾਈ ਮਹਾਂ ਸਿੰਘ ਨੂੰ ਚਿੱਠੀ ਦਾ ਉੱਤਰ ਦਿੱਤਾ, ਜਿਸ ਵਿੱਚ ਕੇਵਲ ਗੁਰਬਾਣੀ ਦੀ ਇਹ ਤੁਕ ਹੀ ਸੀ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਬੀਬੀ ਬੀਨਾ ਜੀ ਉਸ ਸਮੇਂ ਉੱਥੇ ਸਨ। ਭਾਈ ਸਾਹਿਬ ਨੇ ਉਹ ਚਿੱਠੀ ਬੀਬੀ ਨੂੰ ਡਾਕ ਵਿੱਚ ਪਾਉਣ ਲਈ ਦਿੱਤੀ। ਜਦੋਂ ਉਸਨੇ ਪੜ੍ਹੀ ਤਾਂ ਉਹ ਹੈਰਾਨ ਕਿ ਇਹ ਕਿਸ ਗੱਲ ਦਾ ਉੱਤਰ ਹੈ। ਬੀਬੀ ਨੂੰ ਪੁੱਛਣ ਦੀ ਹਿੰਮਤ ਨਹੀਂ ਸੀ। ਜਦੋਂ ਭਾਈ ਸਾਹਿਬ ਆਰਾਮ ਕਰਨ ਲਈ ਗਏ ਤਦੋਂ ਬੀਬੀ ਨੇ ਭਾਈ ਮਹਾਂ ਸਿੰਘ ਦੀ ਚਿੱਠੀ ਮੇਜ਼ ਉੱਤੇ ਪਈ ਵੇਖੀ ਅਤੇ ਉਸ ਨੂੰ ਪੜ੍ਹਿਆ। ਉਹ ਚਿੱਠੀ ਪੜ੍ਹ ਕੇ ਉਦਾਸ ਹੋਈ ਅਤੇ ਰੋਂਦੀ ਰਹੀ। ਜਦੋਂ ਭਾਈ ਸਾਹਿਬ ਆਰਾਮ ਕਰਕੇ ਉੱਠੇ ਤਾਂ ਬੀਬੀ ਦੀ ਉਦਾਸੀ ਦਾ ਕਾਰਨ ਪੁੱਛਿਆ। ਬੀਬੀ ਦੇ ਦੱਸਣ ਉੱਤੇ ਭਾਈ ਸਾਹਿਬ ਨੇ ਕਿਹਾ ਕਿ ਕੀ ਮੇਰਾ ਉੱਤਰ ਪੜ੍ਹ ਕੇ ਵੀ ਉਦਾਸੀ ਦੀ ਗੁੰਜਾਇਸ਼ ਹੈ। ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ। ਇੱਕ ਵਾਰ ਭਾਈ ਸਾਹਿਬ ਨੇ ਬੀਬੀ ਬੀਨਾ ਨੂੰ ਇਹ ਗੱਲ ਸੁਣਾਈ। ਕੋਈ ਸੰਤ ਸਨ ਜੋ ਹਰਿਦੁਆਰ ਜਾਂ ਰਿਸ਼ੀਕੇਸ਼ ਰਹਿੰਦੇ ਸਨ। ਜਦੋਂ ਉਹ ਗੰਗਾ ਇਸ਼ਨਾਨ ਕਰਕੇ ਆਉਂਦੇ ਅਤੇ ਬਾਜ਼ਾਰ ਵਿੱਚੋਂ ਲੰਘਦੇ ਤਾਂ ਇੱਕ ਦਰਜੀ ਆਪਣੀ ਦੁਕਾਨ ਤੋਂ ਨਿਕਲ ਕੇ ਉਹਨਾਂ ਉੱਪਰ ਥੁੱਕ ਦਿੰਦਾ। ਸੰਤ ਚੁੱਪ ਕਰਕੇ ਫਿਰ ਗੰਗਾ ਦਾ ਇਸ਼ਨਾਨ ਕਰਨ ਚਲੇ ਜਾਂਦੇ। ਇਸ਼ਨਾਨ ਕਰਕੇ ਵਾਪਸ ਘਰ ਜਾਂਦੇ। 2 ਦਿਨ ਇਵੇਂ ਹੀ ਕੀਤਾ। ਅਗਲੇ ਦਿਨ 2 ਵਾਰੀ ਥੁੱਕ ਸੁੱਟਿਆ। ਉਹ ਬਿਨਾਂ ਬੋਲੇ ਫਿਰ ਇਸ਼ਨਾਨ ਕਰਨ ਚਲੇ ਗਏ। ਦਰਜੀ ਨੂੰ ਕੁਝ ਵੀ ਨਹੀਂ ਕਿਹਾ। ਦਰਜੀ ਵੀ ਹੈਰਾਨ ਸੀ ਅਤੇ ਕਹਿਣ ਲੱਗਾ ਕਿ ਇਹ ਵੀ ਅਜੀਬ ਆਦਮੀ ਹੈ। ਉਸ ਮੂਰਖ ਦਰਜੀ ਨੇ ਕਿਹਾ ਕਿ ਅੱਜ ਇਸ ਨੂੰ ਖੂਬ ਤੰਗ ਕਰਨਾ ਹੈ। ਸੰਤ ਜਿਤਨੀ ਵਾਰ ਇਸ਼ਨਾਨ ਕਰਕੇ ਆਉਂਦੇ ਉਹ ਉਹਨਾਂ ਪਰ ਥੁੱਕ ਸੁੱਟ ਦਿੰਦਾ। ਸੰਤ ਜੀ ਚੁੱਪ ਕਿਸੇ ਰੰਗ ਵਿੱਚ ਰੱਤੇ ਕਈ ਵਾਰ ਇਸ਼ਨਾਨ ਕਰਨਗੇ। ਉਸ ਅਕਾਲ ਪੁਰਖ ਦੇ ਚੋਂ ਜੋ ਦਰਜੀ ਦਾ ਮੂੰਹ ਸੁੱਕ ਗਿਆ, ਕੋਸ਼ਿਸ਼ ਕਰਨ 'ਤੇ ਵੀ ਥੁੱਕ ਨਾ ਆਵੇ। ਜੀਭ ਲੱਕੜ ਵਾਂਗ ਹੋ ਗਈ। ਉਹ ਸੰਤਾਂ ਦੇ ਚਰਨਾਂ ਉੱਪਰ ਡਿੱਗ ਪਿਆ ਅਤੇ ਬੇਨਤੀ ਕੀਤੀ ਕਿ ਦੱਸੋ, ਮੈਂ ਆਪ ਨੂੰ ਬਿਨਾਂ ਕਾਰਨ ਦੇ ਬੜਾ ਤੰਗ ਕੀਤਾ ਹੈ, ਪਰ ਤੁਸੀਂ ਮੂੰਹ ਤੋਂ ਬੋਲੇ ਵੀ ਨਹੀਂ। ਮੈਨੂੰ ਬੁਰਾ ਨਹੀਂ ਕਿਹਾ, ਮਨਾ ਨਹੀਂ ਕੀਤਾ। ਅੱਜ ਰੱਬ ਦੇ ਰੰਗ ਮੇਰਾ ਮੂੰਹ ਬਿਲਕੁਲ ਸੁੱਕ ਗਿਆ ਹੈ। ਕੋਸ਼ਿਸ਼ ਕਰਦਾ ਵੀ ਹਾਂ ਤਾਂ ਵੀ ਥੁੱਕ ਪੈਦਾ ਨਹੀਂ ਹੁੰਦਾ। ਸੰਤਾਂ ਨੇ ਉੱਤਰ ਦਿੱਤਾ, ਸਾਨੂੰ ਭਰੋਸਾ ਸੀ ਕਿ ਨੇਕੀ ਦਾ ਅੰਤ ਨਹੀਂ, ਬਦੀ ਦਾ ਅੰਤ ਹੈ। ਹੁਣ ਤੂੰ ਆਪ ਦੇਖ, ਸਾਡੇ ਸਬਰ ਨੂੰ ਫਲ ਲੱਗਾ ਹੈ। ਬਦੀ ਦਾ ਅੰਤ ਹੋ ਗਿਆ ਹੈ। ਉਹ ਦਰਜੀ ਰੋਇਆ ਅਤੇ ਸੰਤਾਂ ਦੇ ਚਰਨਾਂ 'ਤੇ ਡਿੱਗ ਪਿਆ। ਉਸ ਨੇ ਕਿਹਾ ਕਿ ਬਖਸ਼ ਲਵੋ ਅਤੇ ਚਰਨੀ ਲਾ ਲਵੋ। ਭਾਈ ਸਾਹਿਬ ਦੇ ਜੀਵਨ ਦਾ ਤਜਰਬਾ ਹੈ ਕਿ ਨੇਕੀ ਦਾ ਅੰਤ ਨਹੀਂ, ਪਰ ਬਦੀ ਦਾ ਅੰਤ ਹੈ। ਪਰ ਬਰਦਾਸ਼ਤ ਕਰਨਾ ਬੜਾ ਔਖਾ ਹੈ। ਜਿਸ ਉੱਪਰ ਮਿਹਰ ਹੋਵੇ ਉਹ ਹੀ ਬਰਦਾਸ਼ਤ ਕਰ ਸਕਦਾ ਹੈ। ਬੜੀ ਦੇਰ ਦੀ ਗੱਲ ਹੈ ਕਿ ਮਾਡਰਨ ਰਿਵਿਊ ਕਲਕੱਤਾ ਵਿੱਚ ਇੱਕ ਚਿੱਠੀ ਛਪੀ ਕਿ ਪ੍ਰੋਫੈਸਰ ਪੂਰਨ ਸਿੰਘ ਪਾਸੋਂ ਭਾਈ ਸਾਹਿਬ ਜੀ ਨੂੰ ਇੰਸਪੀਰੇਸ਼ਨ ਮਿਲਦਾ ਹੈ। ਤਦੋਂ ਭਾਈ ਸਾਹਿਬ ਕਵਿਤਾ ਲਿਖਦੇ ਹਨ। ਪ੍ਰੋਫੈਸਰ ਸਾਹਿਬ ਤਾਂ ਗੁਜ਼ਰ ਚੁੱਕੇ ਸਨ, ਪਰ ਭਾਈ ਸਾਹਿਬ ਦਾ ਸਰੀਰ ਸੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਿਨ੍ਹਾਂ ਦਿਨਾਂ ਵਿੱਚ ਅਭਿਨੰਦਨ ਗ੍ਰੰਥ ਲਿਖਿਆ ਜਾ ਰਿਹਾ ਸੀ। ਜੋ ਕਮੇਟੀ ਇਸ ਗ੍ਰੰਥ ਲਈ ਬਣੀ ਹੋਈ ਸੀ, ਉਸਨੇ ਇਸ ਮਾਡਰਨ ਰਿਵਿਊ ਦੇ ਲੇਖ ਬਾਰੇ ਵਿਚਾਰ ਕੀਤੀ। ਇਹ ਫੈਸਲਾ ਕੀਤਾ ਗਿਆ ਕਿ ਪ੍ਰੋਫੈਸਰ ਸਾਹਿਬ ਦੀ ਸੁਪਤਨੀ ਬੀਬੀ ਮਾਇਆ ਜੀ ਅਤੇ ਉਹਨਾਂ ਦੇ ਲੜਕੇ ਮਦਨ ਮੋਹਨ ਸਿੰਘ ਨੂੰ ਚਿੱਠੀਆਂ ਲਿਖੀਆਂ ਜਾਣ ਤਾਂ ਜੋ ਉਹ ਮਾਡਰਨ ਰਿਵਿਊ ਦੇ ਲੇਖ ਦੀ ਤਰਦੀਦ ਕਰਨ। ਪਰ ਉਹਨਾਂ ਵੱਲੋਂ ਕੋਈ ਉੱਤਰ ਨਾ ਆਇਆ। ਪਿਛਲੇ ਸਮੇਂ ਇੱਕ ਵਾਰੀ ਦੀ ਗੱਲ ਹੈ ਕਿ ਭਾਈ ਸਾਹਿਬ ਆਪਣੇ ਕਮਰੇ ਵਿੱਚ ਬੈਠੇ ਸਨ ਅਤੇ ਪ੍ਰੋਫੈਸਰ ਸਾਹਿਬ ਵੀ ਉਹਨਾਂ ਪਾਸ ਸਨ। ਭਾਈ ਸਾਹਿਬ ਨੇ ਪ੍ਰੋਫੈਸਰ ਸਾਹਿਬ ਨੂੰ ਕਿਹਾ ਕਿ ਪੂਰਨ ਸਿੰਘ ਜੀ, ਲੋਕੀ ਆਖਦੇ ਹਨ ਕਿ ਜਦੋਂ ਪੂਰਨ ਸਿੰਘ ਭਾਈ ਸਾਹਿਬ ਪਾਸ ਆਵੇ, ਉਸ ਦੇ ਪਾਸੋਂ ਇੰਸਪੀਰੇਸ਼ਨ ਮਿਲਦਾ ਹੈ, ਤਦੋਂ ਕਵਿਤਾ ਲਿਖਦੇ ਹਨ। ਇਹ ਸੁਣ ਕੇ ਪ੍ਰੋਫੈਸਰ ਸਾਹਿਬ ਰੋ ਪਏ। ਉੱਠ ਕੇ ਆਪ ਦਰਵਾਜ਼ੇ ਅੱਗੇ ਜੋ ਪਾਇਦਾਨ ਪਿਆ ਸੀ ਉਹ ਚੁੱਕ ਕੇ ਉੱਥੋਂ ਮਿੱਟੀ ਦੀ ਚੁੰਡੀ ਭਰ ਕੇ ਲੈ ਆਏ। ਆਪਣੀ ਤਲੀ ਉੱਤੇ ਉਹ ਮਿੱਟੀ ਰੱਖ ਕੇ ਰੋਂਦਿਆਂ ਬਿਨੇ ਕੀਤੀ ਕਿ ਮੈਂ ਤਾਂ ਇਸ ਦਰ ਦੀ ਮਿੱਟੀ ਯੋਗ ਵੀ ਨਹੀਂ ਹਾਂ, ਲੋਕਾਂ ਨੂੰ ਕੀ ਪਤਾ ਹੈ। ਇੱਕ ਵਾਰੀ ਇਸ ਪੁਸਤਕ ਦਾ ਲੇਖਕ ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਗਿਆ। ਸਰਦੀ ਦਾ ਮੌਸਮ ਸੀ। ਭਾਈ ਸਾਹਿਬ ਗੋਲ ਕਮਰੇ ਵਿੱਚ ਬੈਠੇ ਸਨ ਅਤੇ ਅੰਦਰ ਅੰਗੀਠੀ ਬਲ ਰਹੀ ਸੀ। ਭਾਈ ਸਾਹਿਬ ਨੇ ਗੋਂਦੇ ਨੂੰ ਕਿਹਾ ਕਿ ਉਹ ਹਾਰਮੋਨੀਅਮ ਲੈ ਆਏ। ਵਾਜਾ ਆ ਗਿਆ ਤਾਂ ਭਾਈ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਕਿ ਕੋਈ ਸ਼ਬਦ ਸੁਣਾਓ।
ਮੈਂ ਕਿਦਾਰਾ ਰਾਗ ਵਿੱਚ ਪ੍ਰੀਤਮ ਦੇਹੋ ਮਿਲਾਈ ਮਾਈ ਮੋਹੇ ਪ੍ਰੀਤਮ ਦੇਹੋ ਮਿਲਾਈ, ਪ੍ਰੀਤਮ ਦੇਹੋ ਮਿਲਾਈ ਸ਼ਬਦ ਪੜ੍ਹਨਾ ਸ਼ੁਰੂ ਕੀਤਾ। ਭਾਈ ਸਾਹਿਬ ਨੇ ਬੱਤੀਆਂ ਬੁਝਾ ਦਿੱਤੀਆਂ। ਮੈਂ ਆਵਾਜ਼ਾਂ ਬੜਾ ਧੀਮਾ ਰੱਖ ਕੇ ਧੀਮੀ ਆਵਾਜ਼ ਵਿੱਚ 10-15 ਵਾਰੀ ਇਹ ਤੁਕ ਪ੍ਰੀਤਮ ਦੇਹੋ ਮਿਲਾਈ ਪੜ੍ਹੀ। ਕਦੀ ਇਹ ਵੀ ਪੜ੍ਹਿਆ ਸਗਲ ਸਹੇਲੀ ਸੁਖ ਪਰ ਸੂਤੀ, ਜੇਕਰ ਲਾਲ ਬਸਾਈ, ਪ੍ਰੀਤਮ ਦੇਹੋ ਮਿਲਾਈ ਮੇਰੀ ਮਾਈ, ਪ੍ਰੀਤਮ ਦੇਹੋ ਮੈਂ ਜੀ ਮਿਲਾਈ। ਮੈਨੂੰ ਵੀ ਸਵਾਦ ਆ ਗਿਆ, ਪ੍ਰੇਮ ਨਾਲ ਪੜ੍ਹਦਾ ਰਿਹਾ। ਜਿਸ ਸਮੇਂ ਮੈਂ ਸ਼ਬਦ ਸ਼ੁਰੂ ਕੀਤਾ ਸੀ ਉਸ ਵੇਲੇ ਹੋਰ ਕੋਈ ਅੰਦਰ ਨਹੀਂ ਸੀ। ਭਾਈ ਸਾਹਿਬ ਸ਼ਬਦ ਵਿੱਚ ਜੁੜ ਗਏ ਅਤੇ ਮੈਂ ਵੀ ਹੌਲੀ ਹੌਲੀ ਟੂੰ ਟੂੰ ਕਰਦਾ ਰਿਹਾ। ਸ਼ਬਦ 7 ਵਜੇ ਸ਼ੁਰੂ ਹੋ ਕੇ 7:30 ਵਜੇ ਸਮਾਪਤ ਹੋ ਚੁੱਕਾ ਸੀ, ਪਰ ਭਾਈ ਸਾਹਿਬ 10 ਵਜੇ ਤੱਕ ਸਮਾਧੀ ਵਿੱਚ ਕਿਸੇ ਉੱਚੇ ਰੰਗ ਵਿੱਚ ਜੁੜੇ ਰਹੇ। ਜਦੋਂ ਨੇਤਰ ਖੋਲ੍ਹੇ, ਬੱਤੀ ਜਗਾਈ, ਦੇਖਿਆ 10 ਵੱਜ ਚੁੱਕੇ ਹਨ। ਭਾਈ ਸਾਹਿਬ ਨੇ ਫਰਮਾਇਆ ਕਿ ਗੁਲੇਰੀਆ ਜੀ, ਇਹ ਸਾਧੂਆਂ ਵਾਲੀ ਧੁਨ ਕਿੱਥੋਂ ਸਿੱਖੀ ਹੈ? ਮੈਂ ਉੱਤਰ ਦਿੱਤਾ ਕਿ ਇਸ ਦੀ ਸੋਝੀ ਆਪ ਜੀ ਦੀ ਪਾਵਨ ਸੰਗਤ ਵਿੱਚੋਂ ਹੋਈ ਹੈ। ਦੇਸ਼ ਦੀ ਵੰਡ ਸਮੇਂ ਭਾਈ ਪ੍ਰਧਾਨ ਸਿੰਘ ਫਿਰੂਕੇ ਵਾਲਿਆਂ ਦਾ ਪਰਿਵਾਰ ਉਜੜ ਕੇ ਕਿਸੇ ਕੈਂਪ ਵਿੱਚ ਠਹਿਰਿਆ। ਸਾਰਾ ਪਰਿਵਾਰ ਬੜਾ ਦੁਖੀ ਅਤੇ ਉਦਾਸ ਸੀ। ਉਹਨਾਂ ਦਾ ਛੋਟਾ ਲੜਕਾ ਭਾਈ ਸਾਹਿਬ ਪਾਸ ਆਇਆ ਅਤੇ ਉਸਨੇ ਭਾਈ ਸਾਹਿਬ ਅੱਗੇ ਸਵਾਲ ਕੀਤਾ ਕਿ ਗੁਰੂ ਦੇ ਦਰ ਕੀਰਤਨ ਕਰਨ ਵਾਲਿਆਂ ਨੂੰ ਇਹ ਮੁਸੀਬਤ ਕਿਉਂ? ਜਾਣੇ ਗੁਰੂ ਕਦੋਂ ਤੱਕ ਕੈਂਪਾਂ ਵਿੱਚ ਰੁਲਣਾ ਪਵੇਗਾ। ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਆਪ ਨੂੰ ਪਤਾ ਨਹੀਂ ਕਿੱਧਰੇ ਬੈਠਿਆਂ ਆਪ ਦੀ ਲੱਤ ਉੱਤੇ ਕੀੜੀਆਂ ਚੜ੍ਹ ਗਈਆਂ। ਇੱਕ ਕੀੜੇ ਨੇ ਆਪ ਨੂੰ ਵੱਢਿਆ। ਤੁਸੀਂ ਸਹਿਜ ਸੁਭਾਅ ਹੱਥ ਨਾਲ ਮਲਿਆ ਤਦੋਂ ਕਈ ਕੀੜੀਆਂ ਮਰ ਗਈਆਂ। ਵੱਢਿਆ ਇੱਕ ਨੇ ਸੀ ਪਰ ਕਈ ਮਰ ਗਈਆਂ। ਦੱਸੋ ਕਿਉਂ ਮਰ ਗਈਆਂ? ਤੁਸੀਂ ਮੈਨੂੰ ਇਹ ਸਵਾਲ ਕੀਤਾ ਹੈ। ਮੇਰਾ ਗੁਰੂਦਾਤਾ ਇਹ ਆਖਦਾ ਹੈ, ਹਰ ਕੀ ਗਤ ਨਹਿ ਕੋਊ ਜਾਣੇ, ਜੋਗੀ ਜਤੀ ਤਪੀ ਪਚਹਾਰੇ, ਅਰਬ ਹੋ ਲੋਗ ਸਿਆਣੇ। ਜਦੋਂ ਗੁਰੂ ਇਹ ਕਹਿੰਦਾ ਹੈ ਤਾਂ ਭਾਣਾ ਮੰਨੋ, ਦਿਲ ਨਾ ਹਾਰੋ, ਹਿੰਮਤ ਕਰੋ। ਜਰਨੈਲ ਚਿਮਨੀ ਪਾਸ ਜਾਓ, ਮੇਰੀ ਚਿੱਟ ਲੈ ਜਾਓ, ਉਸ ਦੀ ਮਦਦ ਮੰਗੋ। ਲੜਕਾ ਹੁਕਮ ਮੰਨ ਕੇ ਚਿਮਨੀ ਸਾਹਿਬ ਪਾਸ ਗਿਆ। ਭਾਈ ਸਾਹਿਬ ਵਾਲੀ ਚਿੱਟ ਅਤੇ ਆਪਣਾ ਕਾਰਡ ਉਸਨੇ ਅੰਦਰ ਭੇਜਿਆ। ਉਸਨੇ ਉਸ ਨੂੰ ਸੱਦ ਲਿਆ। ਜੋ ਗੱਲ ਭਾਈ ਸਾਹਿਬ ਨਾਲ ਹੋਈ ਸੀ ਉਹ ਉਸਨੇ ਉੱਥੇ ਕਹਿ ਸੁਣਾਈ। ਜਨਰਲ ਚਿਮਨੀ ਨੇ ਕਿਹਾ ਕਿ ਕੀ ਚਾਹੁੰਦੇ ਹੋ? ਲੜਕੇ ਨੇ ਕਿਹਾ ਕਿ ਕੋਈ ਟਿਕਾਣਾ ਮਿਲ ਜਾਵੇ ਜਿੱਥੇ ਬੈਠ ਜਾਈਏ। ਜਰਨੈਲ ਚਿਮਨੀ ਨੇ ਕਿਹਾ ਦਿੱਲੀ ਨਾ ਜਾਣਾ, ਉੱਥੇ ਬੜੀ ਦੁਨੀਆ ਗਈ ਹੈ, ਉੱਥੇ ਠਿਕਾਣਾ ਬੜਾ ਔਖਾ ਹੈ। ਮੇਰੀ ਰਾਏ ਹੈ ਮੇਰਠ ਜਾਓ, ਛੋਟੀ ਥਾਂ ਹੈ, ਸਸਤੀ ਵੀ ਹੈ, ਪ੍ਰਬੰਧ ਵੀ ਜਲਦੀ ਹੋ ਜਾਵੇਗਾ। ਲੜਕਾ ਮੰਨ ਗਿਆ। ਜਰਨੈਲ ਚਿਮਨੀ ਨੇ ਉਸ ਨੂੰ ਚਿੱਠੀ ਦਿੱਤੀ। ਉਹ ਮੇਰਠ ਆ ਗਏ ਅਤੇ ਇੱਕ ਚੰਗਾ ਮਕਾਨ ਮਿਲ ਗਿਆ। ਬੰਬਈ ਵਿੱਚ ਮਿਸਟਰ ਚੋਪੜਾ ਇੰਸ਼ੋਰੈਂਸ ਕੰਪਨੀ ਦੇ ਇੱਕ ਵੱਡੇ ਅਫਸਰ ਸਨ। ਉਹਨਾਂ ਦੀ ਪਤਨੀ ਭਾਈ ਸਾਹਿਬ ਦੇ ਸਤਸੰਗ ਵਿੱਚ ਆਉਣ ਲੱਗੀ। ਇੱਕ ਦਿਨ ਭਾਈ ਸਾਹਿਬ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਉਹਨਾਂ ਦੇ ਘਰ ਬਾਬਾ ਜੀ ਦਾ ਪ੍ਰਕਾਸ਼ ਹੁੰਦਾ ਹੈ। ਉਹ ਚੁੱਪ ਰਹੀ, ਬੋਲੀ ਨਹੀਂ। ਭਾਈ ਸਾਹਿਬ ਨੇ ਸਮਝਿਆ ਕਿ ਥਾਂ ਦੀ ਘਾਟ ਕਰਕੇ ਹਾਮੀ ਨਹੀਂ ਭਰੀ। ਭਾਈ ਸਾਹਿਬ ਉਸ ਨੂੰ ਬਾਂਹ ਤੋਂ ਪਕੜ ਕੇ ਟੋਡਾ ਰਾਮ ਜੀ ਦੇ ਘਰ ਬਾਬਾ ਜੀ ਦੇ ਕਮਰੇ ਵਿੱਚ ਲੈ ਗਏ। ਉਸ ਨੂੰ ਕਿਹਾ ਕਿ ਦੇਖੋ, ਇਹਨਾਂ ਨੇ ਵੀ ਤਾਂ ਬਾਬਾ ਜੀ ਦੇ ਪ੍ਰਕਾਸ਼ ਲਈ ਥਾਂ ਰੱਖੀ ਹੋਈ ਹੈ। ਡੇਡਾ ਰਾਮ ਦਾ ਕਮਰਾ ਦੇ ਕੇ ਵੀ ਉਸ ਬੀਬੀ ਨੇ ਘਰ ਬਾਬਾ ਜੀ ਦਾ ਪ੍ਰਕਾਸ਼ ਕਰਨ ਦਾ ਇਕਰਾਰ ਨਾ ਕੀਤਾ। ਭਾਈ ਸਾਹਿਬ ਮੇਹਰ ਵਿੱਚ ਆਏ ਅਤੇ ਕਿਹਾ, ਤੁਸੀਂ ਘਰ ਬਾਬਾ ਜੀ ਦਾ ਪ੍ਰਕਾਸ਼ ਕਰੋ, ਅਸੀਂ ਉੱਥੇ ਆਵਾਂਗੇ। ਬੀਬੀ ਇਹ ਸੋਚਦੀ ਸੀ ਕਿ ਉਸਦੇ ਘਰ ਵਾਲਾ ਲਗਾਤਾਰ ਸਿਗਰਟ ਪੀਂਦਾ ਹੈ ਅਤੇ ਫਲੈਟ ਵੀ ਛੋਟਾ ਹੈ। ਜਦੋਂ ਉਸਦਾ ਪਤੀ ਸਿਗਰਟ ਪੀਂਦਾ ਹੈ ਤਾਂ ਸਾਰੇ ਘਰ ਵਿੱਚ ਧੂੰਆਂ ਫੈਲ ਜਾਂਦਾ ਹੈ। ਪਿਆਰੇ ਬਾਬਾ ਜੀ ਦੀ ਬੇਦਬੀ ਹੋਵੇਗੀ। ਉਹ ਘਰ ਵਾਲੇ ਦੀ ਸ਼ਿਕਾਇਤ ਵੀ ਭਾਈ ਸਾਹਿਬ ਜੀ ਪਾਸ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਹ ਚੁੱਪ ਰਹੀ। ਪਰ ਭਾਈ ਸਾਹਿਬ ਦਾ ਇਹ ਬਚਨ ਕਿ ਪ੍ਰਕਾਸ਼ ਕਰੋ, ਅਸੀਂ ਆਪ ਦੇ ਘਰ ਆਵਾਂਗੇ, ਮਨ ਵਿੱਚ ਬੜਾ ਚਾਅ ਆਵੇ। ਉਸ ਬੀਬੀ ਨੇ ਘਰ ਵਾਲੇ ਨਾਲ ਸਲਾਹ ਕੀਤੀ ਕਿ ਪਾਰਟੀਸ਼ਨ ਪਵਾ ਦਿਓ, ਤਦੋਂ ਬਾਬਾ ਜੀ ਦਾ ਪ੍ਰਕਾਸ਼ ਕਰੀਏ। ਸਾਰਾ ਪ੍ਰਬੰਧ ਹੋ ਗਿਆ ਅਤੇ ਅੰਮ੍ਰਿਤਸਰ ਤੋਂ ਬਾਬਾ ਜੀ ਦੀ ਬੀੜ ਵੀ ਮੰਗਵਾਈ। ਕੜਾਹ ਪ੍ਰਸ਼ਾਦ ਕਰਕੇ ਪ੍ਰਕਾਸ਼ ਕੀਤਾ। ਉਹ ਬੀਬੀ ਬਾਬਾ ਜੀ ਦੇ ਕਮਰੇ ਵਿੱਚ ਸੀ। ਉਧਰ ਘਰ ਵਾਲਾ ਸਿਗਰਟ ਪੀ ਰਿਹਾ ਸੀ। ਸਾਰਾ ਘਰ ਧੂਏ ਨਾਲ ਭਰ ਗਿਆ। ਬਾਬਾ ਜੀ ਦੇ ਕਮਰੇ ਵਿੱਚ ਵੀ ਧੂੰਆਂ ਆ ਗਿਆ ਸੀ। ਬੀਬੀ ਪ੍ਰਕਾਸ਼ ਹੋਏ ਦੀ ਖੁਸ਼ੀ ਵਿੱਚ ਅਰਦਾਸ ਕਰ ਰਹੀ ਸੀ। ਧੂੰਆਂ ਦੇ ਕੇ ਜ਼ਾਰ-ਜ਼ਾਰ ਰੋਣ ਲੱਗੀ। ਗੁਰੂ ਨਾਨਕ ਦੇ ਚਰਨਾਂ ਵਿੱਚ ਅਰਜ਼ੋਈ ਕੀਤੀ ਕਿ ਦਾਤਾ ਜੀਓ ਬਖਸ਼ ਲਵੋ। ਦੇਖਦੀ ਹਾਂ ਕਿ ਬੇਦਬੀ ਹੋ ਰਹੀ ਹੈ, ਪਰ ਪਰਵਸ ਹਾਂ, ਬਖਸ਼ ਲਵੋ। ਉਹ ਕਾਫੀ ਦੇਰ ਇਸ ਤਰ੍ਹਾਂ ਅਰਜ਼ੋਈਆਂ ਕਰਦੀ ਰਹੀ। ਰੋਂਦੀ ਰੋਂਦੀ ਜਦੋਂ ਬਾਹਰ ਆਈ ਤਦੋਂ ਘਰ ਵਾਲੇ ਨੇ ਕਿਹਾ, ਤੁਸੀਂ ਪ੍ਰਕਾਸ਼ ਕਰਕੇ ਅਰਦਾਸ ਕਰ ਰਹੇ ਸੀ, ਮੈਂ ਸਿਗਰਟ ਪੀ ਰਿਹਾ ਸੀ। ਮੈਨੂੰ ਕਿਸੇ ਦੀ ਪ੍ਰੇਰਨਾ ਦਾ ਸਦਕਾ ਖਿਆਲ ਆਇਆ ਕਿ ਇਹ ਤਾਂ ਬੇਦਬੀ ਹੋ ਰਹੀ ਹੈ। ਗੁਰੂ ਜੀ ਮੇਰੇ ਘਰ ਆਏ ਹਨ। ਮੈਂ ਖਿੜਕੀ ਵਿੱਚੋਂ ਸਿਗਰਟ ਬਾਹਰ ਸੁੱਟਿਆ।
ਤੇ ਪ੍ਰਣ ਕੀਤਾ ਕਿ ਅੱਗੇ ਤੋਂ ਸਿਗਰਟ ਨਹੀਂ ਪੀਵਾਂਗਾ। ਇਹ ਬੀਬੀ ਬੜੀ ਰੋਈ ਅਤੇ ਪਤੀ ਦੇ ਚਰਨਾਂ ਉੱਤੇ ਢਹਿ ਪਈ। ਉਹ ਚੁੱਪ ਕਰਾਵੇ ਤੇ ਉਹ ਹੋਰ ਰੋਵੇ। ਜੋ ਗੱਲਬਾਤ ਭਾਈ ਸਾਹਿਬ ਜੀ ਨਾਲ ਹੋਈ ਸੀ ਉਹ ਉਸਨੇ ਪਤੀ ਨੂੰ ਨਹੀਂ ਦੱਸੀ ਸੀ। ਉਸ ਦਿਨ ਵਾਲੀ ਉਹ ਸਾਰੀ ਗੱਲ ਪਤੀ ਨੂੰ ਦੱਸੀ। ਪਤਨੀ ਭਾਈ ਸਾਹਿਬ ਪਾਸ ਗਈ ਅਤੇ ਬੇਨਤੀ ਕੀਤੀ ਕਿ ਘਰ ਬਾਬਾ ਜੀ ਦਾ ਪ੍ਰਕਾਸ਼ ਹੋ ਗਿਆ ਹੈ, ਹੁਣ ਚਰਨ ਪਾਓ। ਨਿਯਤ ਸਮੇਂ ਅਤੇ ਦਿਨ ਉੱਤੇ ਭਾਈ ਸਾਹਿਬ ਉਸਦੇ ਘਰ ਆਏ। ਪਤਨੀ ਨੇ ਪਤੀ ਦੇ ਸਾਹਮਣੇ ਰੋ ਰੋ ਕੇ ਸਾਰੀ ਗੱਲ ਦੱਸੀ ਕਿ ਉਹ ਪ੍ਰਕਾਸ਼ ਲਈ ਕਿਉਂ ਹਾਮੀ ਨਹੀਂ ਭਰਦੀ ਸੀ। ਇਸ ਦੇ ਪਤੀ ਤੇ ਬੜਾ ਪ੍ਰਭਾਵ ਪਿਆ ਅਤੇ ਉਹ ਵੀ ਸਤਸੰਗੀ ਹੋ ਗਿਆ। ਇਹ ਦੋਵੇਂ ਗੁਰੂ ਦੀ ਯਾਦ ਵਾਲੇ ਹੋਏ। ਇੱਕ ਵਾਰੀ ਮਹੰਤ ਤਖਤ ਸਿੰਘ ਰਾਗੀ ਭਾਈ ਸਾਹਿਬ ਪਾਸ ਆਏ ਅਤੇ ਉਸਨੇ ਦੱਸਿਆ ਕਿ ਉਹ ਕਿਸੇ ਮਜ਼ਾਰ ਪਾਸੋਂ ਲੰਘ ਰਹੇ ਸਨ। ਉੱਥੇ ਇੱਕ ਬਾਜ਼ਾਰੀ ਔਰਤ ਗਾ ਰਹੀ ਸੀ। ਉਹਦੀ ਤਰਜ਼ ਬਹੁਤ ਸੁੰਦਰ ਸੀ। ਉਹ ਛੁਪ ਕੇ ਖੜੇ ਰਹੇ ਅਤੇ ਸੁਣਦੇ ਰਹੇ। ਉਹ ਸੁਰ ਪਕਾਉਂਦੇ ਰਹੇ। ਉਹਨਾਂ ਨੇ ਭਾਈ ਸਾਹਿਬ ਨੂੰ ਉਹੀ ਗਾਣਾ ਉਸੇ ਸੁਰ ਵਿੱਚ ਸੁਣਾਇਆ। ਮੇਰਾ ਤਨ ਮਨ ਧਨ ਇਸ ਰਾਂਝੇ ਦਾ ਮਾਲ, ਰਾਂਝੇ ਦਾ ਮਾਲ ਇਸ ਰਾਂਝੇ ਦਾ ਮਾਲ, ਕਾਜ਼ੀਆ ਵੇ ਕਾਨੂੰ ਕਰਨਾ ਹੈ ਝੇਰਾ, ਕੀ ਖੁਸ਼ੀਆਂ ਕਿੱਥੇ ਗਮ ਦਾ ਡੇਰਾ। ਹੀਰ ਚੰਗ ਸਿਆਲਾਂ ਦੀ ਜੱਟੀ, ਰਾਂਝੇ ਦਾ ਮਾਲ ਇਸ ਰਾਂਝੇ ਦਾ ਮਾਲ। ਮਹੰਤ ਜੀ ਨੇ ਟਿਕਾਓ ਵਿੱਚ ਪੂਰੇ ਰਾਗ ਵਿੱਚ ਗਾਇਆ। ਭਾਈ ਸਾਹਿਬ ਨੂੰ ਇਹ ਸੁਰ ਚੰਗੀ ਲੱਗੀ। ਉਹਨਾਂ ਨੇ ਬੀਬੀ ਸੰਤ ਨੂੰ ਕਿਹਾ ਕਿ ਮਹੰਤ ਜੀ ਨੂੰ ਇੱਕ ਪਾਸੇ ਲੈ ਜਾਓ ਅਤੇ ਉਹਨਾਂ ਪਾਸੋਂ ਇਹ ਸੁਰ 2-4 ਵਾਰ ਸੁਣੋ ਤੇ ਫਿਰ ਮਹੰਤ ਜੀ ਨੂੰ ਸੁਣਾਓ ਤਾਂ ਜੋ ਪੂਰੀ ਨਕਲ ਕਰ ਸਕੋ। ਬੀਬੀ ਨੇ ਇਹ ਤਰਜ਼ ਸਿੱਖ ਲਈ ਅਤੇ ਭਾਈ ਸਾਹਿਬ ਨੂੰ ਕਿਹਾ ਕਿ ਮੈਨੇ ਸਿੱਖ ਲਈ ਹੈ ਅਤੇ ਮਹੰਤ ਜੀ ਨੂੰ ਸੁਣਾ ਦਿੱਤਾ ਹੈ। ਉਹ ਕਹਿੰਦੇ ਹਨ ਕਿ ਠੀਕ ਹੈ। ਭਾਈ ਸਾਹਿਬ ਜਦੋਂ ਇਕਾਂਤ ਵਿੱਚ ਬੈਠੇ ਤਾਂ ਇਹ ਸੁਰ ਬੀਬੀ ਸੰਤ ਤੋਂ ਸੁਣੀ। ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਨੇੜੇ ਸੀ। ਆਪ ਗੁਰਪੁਰਬ ਲਈ ਗੀਤ ਲਿਖਣ ਦੀ ਸੋਚ ਰਹੇ ਸਨ। ਇਸੇ ਸੁਰ 'ਤੇ ਇਹ ਗੀਤ ਲਿਖਿਆ। ਮੇਰਾ ਤਨ ਮਨ ਧਨ ਕਲਗੀ ਵਾਲੇ ਦਾ ਮਾਲ, ਕਲਗੀ ਵਾਲੇ ਦਾ ਮਾਲ ਉਸ ਸੋਹਣੇ ਦਾ ਮਾਲ, ਆ ਸਤਿਗੁਰੂ ਹੁਣ ਪਾ ਜਾਈ ਫੇਰਾ, ਹਾਰ ਗਈਆਂ ਨਿਤ ਕਰਦੀ ਮੈਂ ਜੇਰਾ, ਮੈਂ ਜਾਸਾਂ ਨੀ ਮਾਏ ਆਪਣੇ ਸਤਿਗੁਰੂ ਦੇ ਨਾਲ, ਹੋੜ ਨਾ ਮਾਏ ਦੂਣੀ ਅੱਗ ਨਾ ਬਾਲ, ਮੇਰਾ ਤਨ ਮਨ ਧਨ ਕਲਗੀ ਵਾਲੇ ਦਾ ਮਾਲ। ਬੀਬੀ ਮਾਇਆ ਜੀ ਟੀਚਰ ਹੁਸ਼ਿਆਰਪੁਰ ਟ੍ਰੇਨਿੰਗ ਲੈ ਰਹੀ ਸੀ ਤਾਂ ਉਹ ਭਾਈ ਸਾਹਿਬ ਪਾਸ ਆਈ। ਭਾਈ ਸਾਹਿਬ ਜੀ ਨੇ ਪੁੱਛਿਆ ਕਿ ਮਾਇਆ ਨਿਤਨੇਮ ਤਾਂ ਜਾਰੀ ਹੈ। ਉਸਨੇ ਉੱਤਰ ਦਿੱਤਾ ਕਿ ਪੜ੍ਹਾਈ ਕਰਨੀ ਪੈਂਦੀ ਹੈ, ਇਸ ਲਈ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰ ਸਕਦੀ। ਭਾਈ ਸਾਹਿਬ ਨੇ ਕਿਹਾ ਕਿ ਜਦੋਂ ਪਾਸ ਹੋ ਜਾਵੋਗੇ ਤਾਂ ਸੁਖਮਨੀ ਨੂੰ ਫਿਰ ਪਕੜ ਲੈਣਾ। ਕੁਝ ਚਿਰ ਪਿੱਛੋਂ ਫਿਰ ਭਾਈ ਸਾਹਿਬ ਪਾਸ ਆਈ। ਭਾਈ ਸਾਹਿਬ ਜੀ ਨੇ ਤਦੋਂ ਫਿਰ ਉਸ ਤੋਂ ਪੁੱਛਿਆ ਕਿ ਨਿਤਨੇਮ ਪੂਰਾ ਕਰਦੇ ਹੋ। ਉਸਨੇ ਉੱਤਰ ਦਿੱਤਾ ਕਿ ਆਪ ਜੀ ਦੀ ਕਿਰਪਾ ਨਾਲ ਕਰਦੀ ਹਾਂ। ਆਪ ਨੇ ਪੁੱਛਿਆ ਕਿ ਮਾਇਆ ਬਾਣੀ ਪੜ੍ਹਦਿਆਂ ਅੰਦਰ ਕੁਝ ਹੁੰਦਾ ਹੈ। ਉਸਨੇ ਕਿਹਾ ਕਿ ਉਹ ਮੂਰਖ ਅਨਪੜ੍ਹ ਹੈ, ਕੁਝ ਪਤਾ ਨਹੀਂ। ਇੱਕ ਗੱਲ ਦਾ ਪਤਾ ਹੈ ਕਿ ਸਵਾਦ ਆਉਂਦਾ ਹੈ। ਭਾਈ ਸਾਹਿਬ ਖੁਸ਼ ਹੋ ਗਏ। ਉਹਨਾਂ ਕਿਹਾ ਕਿ ਰਾਜੇ ਰਾਜ ਭਾਗ ਹੀਰੇ ਮੋਤੀ ਛੱਡ ਕੇ ਇਸ ਸਵਾਦ ਦੀ ਖਾਤਰ ਜੰਗਲਾਂ ਵਿੱਚ ਚਲੇ ਜਾਂਦੇ ਹਨ, ਫਿਰ ਵੀ ਇਹ ਸਵਾਦ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦਾ ਹੈ। ਤੁਸੀਂ ਕਿਤਨੇ ਭਾਗਾਂ ਵਾਲੇ ਹੋ ਕਿ ਤੁਹਾਨੂੰ ਬਾਣੀ ਵਿੱਚੋਂ ਸਵਾਦ ਆਉਂਦਾ ਹੈ। ਸਰਦਾਰ ਹਰਬੰਸ ਸਿੰਘ ਅਟਾਰੀ ਵਾਲੇ ਭਾਈ ਸਾਹਿਬ ਦੇ ਮਿੱਤਰ ਸਨ। ਉਹ ਭਾਈ ਸਾਹਿਬ ਨੂੰ ਮਿਲਣ ਆਏ। ਇਹ ਖੁੱਲੇ ਡੁੱਲੇ ਆਦਮੀ ਸਨ। ਭਾਈ ਸਾਹਿਬ ਨੂੰ ਪਿਆਰ ਨਾਲ ਜੱਫੀ ਪਾ ਲਈ। ਕਹਿਣ ਲੱਗੇ, ਭਾਈ ਸਾਹਿਬ ਜੀ ਤੁਸੀਂ ਇਤਰ ਲਗਾਉਂਦੇ ਹੋ। ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਅਸੀਂ ਕਦੇ ਵੀ ਇਹ ਇਸਤੇਮਾਲ ਨਹੀਂ ਕਰਦੇ। ਉਹਨਾਂ ਕਿਹਾ ਕਿ ਆਪ ਜੀ ਪਾਸੋਂ ਇਤਰ ਦੀ ਖੁਸ਼ਬੂ ਆ ਰਹੀ ਹੈ। ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਤਾਂ ਨਹੀਂ ਆ ਰਹੀ। ਉਹਨਾਂ ਨੇ ਫਿਰ ਕਿਹਾ ਕਿ ਬੜੀ ਖੁਸ਼ਬੂ ਆ ਰਹੀ ਹੈ। ਭਾਈ ਸਾਹਿਬ ਨੇ ਕਿਹਾ ਕਿ ਗੁਰਬਾਣੀ ਵਿੱਚ ਲਿਖਿਆ ਹੈ, ਜਨ ਨਾਨਕ ਮੁਸ਼ਕ ਝਕੋਲਿਆ। ਸਰਦਾਰ ਸਾਹਿਬ ਨੇ ਕਿਹਾ ਕਿ ਇਹ ਦਸ਼ਾ ਉਹਨਾਂ ਨੂੰ ਵੀ ਪ੍ਰਾਪਤ ਹੋ ਸਕਦੀ ਹੈ। ਭਾਈ ਸਾਹਿਬ ਜੀ ਨੇ ਉੱਤਰ ਦਿੱਤਾ, ਕਿਉਂ ਨਹੀਂ। ਨਾਮ ਵਿੱਚ ਲਗਾਤਾਰ ਜੁੜ ਜਾਓ, ਪਰ ਇਹ ਦਿਨਾਂ ਦੀ ਗੱਲ ਨਹੀਂ, ਮਹੀਨਿਆਂ ਦੀ ਗੱਲ ਹੈ। ਕਰੋ ਉੱਦਮ, ਨਾਮ ਨਾਲ ਜੁੜ ਜਾਓ, ਨਾਮ ਦਾ ਰੂਪ ਹੋ ਜਾਓ, ਕਦੀ ਐਸੀ ਦਸ਼ਾ ਦੇਖੋਗੇ। ਸਰਦਾਰ ਜੀ ਉਸੇ ਦਿਨ ਤੋਂ ਨਾਮ ਨਾਲ ਲੱਗ ਪਏ। ਭਾਈ ਸਾਹਿਬ ਜੀ ਦਾ ਜਨਮ ਦਿਨ ਸੀ। ਸ਼੍ਰੀ ਲਖਵੀਰ ਮੁਜੱਤਰ ਚਾਹਲ ਤੋਂ ਆਏ ਹੋਏ ਸਨ। ਸਵੇਰ ਨੂੰ ਜਦੋਂ ਸੰਗਤ ਬਾਬਾ ਜੀ ਦੇ ਕਮਰੇ ਵਿੱਚ ਸੀ, ਉਸਨੇ ਕਿਹਾ ਕਿ ਉਸਨੇ ਇੱਕ ਫਾਰਸੀ ਕਵਿਤਾ ਭਾਈ ਸਾਹਿਬ ਜੀ ਦੇ ਜਨਮ ਦਿਨ ਲਈ ਲਿਖੀ ਹੈ। ਉਹ ਪੜ੍ਹੇ। ਭਾਈ ਸਾਹਿਬ ਨੇ ਕੋਈ ਉੱਤਰ ਨਾ ਦਿੱਤਾ। ਉਸਨੇ ਇੱਕ ਵਾਰੀ ਫਿਰ ਪੁੱਛਿਆ। ਭਾਈ ਸਾਹਿਬ ਨੇ ਅਣਸੁਣੀ ਕਰ ਦਿੱਤੀ। ਦੂਜੇ ਦਿਨ ਸ਼ਾਮ ਨੂੰ ਬੈਠੇ ਸਨ ਤਾਂ ਉਸਨੇ ਫਿਰ ਬੇਨਤੀ ਕੀਤੀ। ਭਾਈ ਸਾਹਿਬ ਨੇ ਇਹ ਗੱਲ ਉਸ ਨੂੰ ਸੁਣਾਈ। ਕਿਸੇ ਮੁਰੀਦ ਨੇ ਮੁਰਸ਼ਦ ਦੀ ਉਪਮਾ ਵਿੱਚ ਇੱਕ ਕਵਿਤਾ ਲਿਖੀ। ਉਸਨੇ ਤੇਰੇ ਵਾਂਗ ਮਜਬੂਰ ਹੋ ਕੇ ਮੁਰਸ਼ਦ ਪਾਸੋਂ ਸੁਣਾਉਣ ਦੀ ਆਗਿਆ ਲਈ। ਮੁਰਸ਼ਦ ਨੇ ਸੁਣ ਕੇ ਕਿਹਾ, ਬਸ ਹੋਰ ਕਿਸੇ ਨੂੰ ਨਾ ਸੁਣਾਈ, ਇਹ ਹੁਕਮ ਹੈ।
ਵਿਚਾਰੇ ਦੇ ਅੰਦਰ ਪਿਆਰ ਸੀ, ਜੀ ਉਛਲੇ, ਚਾਓ ਪੈਦਾ ਹੋਵੇ ਕਿਸ ਨੂੰ ਸੁਣਾਵਾਂ, ਪਰ ਮੁਰਸ਼ਦ ਦਾ ਹੁਕਮ ਸੀ ਕਿਸੇ ਨੂੰ ਨਹੀਂ ਸੁਣਾਈ। ਉਸ ਪਾਸੋਂ ਰਿਹਾ ਨਾ ਗਿਆ ਅਤੇ ਉਹ ਖੂਹ ਉੱਤੇ ਗਿਆ ਅਤੇ ਖੂਹ ਦੇ ਅੰਦਰ ਮੂੰਹ ਕਰਕੇ ਕਿਹਾ, ਖੂਹ ਮੀਆਂ ਇਹ ਕਵਿਤਾ ਸੁਣ। ਮੈਨੂੰ ਪਤਾ ਹੈ ਕਿ ਤੂੰ ਕਿਸੇ ਹੋਰ ਨੂੰ ਨਹੀਂ ਸੁਣਾਵੇਂਗਾ। ਖੂਹ ਵਿੱਚ ਮੂੰਹ ਕਰਕੇ ਕਵਿਤਾ ਪੜ੍ਹੀ, ਆਪਣਾ ਚਾਓ ਪੂਰਾ ਕੀਤਾ। ਫਿਰ ਭਾਈ ਸਾਹਿਬ ਨੇ ਕਿਹਾ, ਲੈ ਭਾਈ ਸੁਣਾ। ਉਸਨੇ ਕਵਿਤਾ ਪੜ੍ਹ ਕੇ ਸੁਣਾਈ। ਆਪ ਨੇ ਉਸ ਦਾ ਸਤਿਕਾਰ ਕੀਤਾ। ਉਹ ਕਿਸੇ ਚਾਓ ਵਿੱਚ ਸੀ। 2-3 ਦਿਨ ਉਹ ਉੱਥੇ ਰਿਹਾ। ਉਸ ਨੂੰ ਟੁਰਨ ਸਮੇਂ ਭਾਈ ਸਾਹਿਬ ਨੇ ਪ੍ਰਸ਼ਾਦ ਦਿੱਤਾ। ਉਸ ਦੀਆਂ ਅੱਖਾਂ ਵਿੱਚੋਂ ਨੀਰ ਵਗ ਰਿਹਾ ਸੀ। ਬੀਬੀ ਰਾਜ ਉਸ ਦੇ ਨਾਲ ਗੱਲਾਂ ਕਰਦੀ ਕਰਦੀ ਗੇਟ ਤੱਕ ਗਈ। ਭਾਈ ਸਾਹਿਬ ਨੇ ਗੇਟ ਤੱਕ ਕਈ ਵਾਰੀ ਉਸ ਦੀ ਪਿੱਠ ਵੱਲ ਵੇਖਿਆ। ਜਦੋਂ ਬੀਬੀ ਰਾਜ ਵਾਪਸ ਆਈ ਤਾਂ ਭਾਈ ਸਾਹਿਬ ਨੇ ਕਿਹਾ, ਰਾਜ ਜੀ, ਉਹ ਕਿਵੇਂ ਭਾਰੇ ਦਿਲ ਨਾਲ ਟੁਰਿਆ ਸੀ, ਨੇਤਰ ਵਹਿ ਰਹੇ ਸਨ। ਤੁਸੀਂ ਉਸ ਦੇ ਨਾਲ ਟੁਰ ਪਏ। ਜਾਣੇ ਗੁਰੂ ਕਿੰਨਾ ਗੱਲਾਂ ਵਿੱਚ ਲਗਾ ਲਿਆ। ਭਾਈ ਸਾਹਿਬ ਨੇ ਕਿਹਾ ਕਿ ਕਈ ਵਾਰੀ ਅਸੀਂ ਉਸ ਦੀ ਪਿੱਠ ਨੂੰ ਦੇਖਿਆ। ਜੇਕਰ ਤੁਸੀਂ ਉਸ ਨੂੰ ਗੱਲੀ ਨਾ ਲਾਉਂਦੇ, ਉਹ ਵੀ ਕਿਤਨੀ ਵਾਰੀ ਮੁੜ ਮੁੜ ਕੇ ਦੇਖਦਾ। ਭਾਈ ਸਾਹਿਬ ਨੇ ਉਸੇ ਵੇਲੇ ਇਹ ਕਵਿਤਾ ਲਿਖ ਕੇ ਸੁਣਾਈ। ਸਰ ਤੋਂ ਪਾਣੀ ਪੀ, ਮੋਰ ਮੁੜੇ ਮੁਖ ਨਾ ਫਿਰੇ, ਸਨਮੁਖ ਰੱਖੇ ਜੀ, ਭੁਖਾ ਕੇ ਤ੍ਰਿਪਤਾਸਿਆ। ਭਾਈ ਸਾਹਿਬ ਨੇ ਦੱਸਿਆ, ਮੋਰ ਜਦੋਂ ਨਦੀ ਪਰ ਪਾਣੀ ਪੀਣ ਜਾਂਦਾ ਹੈ, ਜਾਂਦਿਆਂ ਤਾਂ ਨਦੀ ਦੇ ਸਨਮੁਖ ਹੋਇਆ, ਪਰ ਪਾਣੀ ਪੀ ਕੇ ਵੀ ਸ਼ੁਕਰ ਵਿੱਚ ਨਦੀ ਵੱਲ ਪਿੱਠ ਨਹੀਂ ਕਰਦਾ। ਪੁੱਠੇ ਪੈਰੀ ਕਿਤਨੀ ਦੂਰ ਤੱਕ ਟੁਰਦਾ ਜਾਂਦਾ ਹੈ। ਮਾਈ ਇੰਦਰ ਕੌਰ ਇੱਕ ਵਾਰੀ ਦੇਹਰਾਦੂਨ ਆਈ। ਉਸਨੇ ਮੱਝ ਰੱਖੀ ਹੋਈ ਸੀ। ਉਹ ਦੁੱਧ ਦੀ ਬਰਫੀ ਬਣਾ ਕੇ ਲਿਆਈ। ਸਵੇਰ ਦੇ ਸਮੇਂ ਕੋਲ ਕੋਈ ਨਹੀਂ ਸੀ। ਭਾਈ ਸਾਹਿਬ ਨੇ ਇੰਦਰ ਕੌਰ ਨੂੰ ਕਿਹਾ ਕਿ ਤੂੰ ਬਰਫੀ ਲਿਆਈ ਸੀ। ਉਸਨੇ ਬਰਫੀ ਦੇ 2 ਟੁਕੜੇ ਪੇਸ਼ ਕੀਤੇ। ਭਾਈ ਸਾਹਿਬ ਨੇ ਉਹ ਛਕ ਲਏ ਅਤੇ ਹੋਰ ਮੰਗੀ। ਹੋਰ ਆਈ ਤੇ ਉਹ ਵੀ ਛਕ ਲਈ। ਤੀਜੀ ਵਾਰ ਫੇਰ ਮੰਗੀ, ਉਹ ਵੀ ਛਕ ਲਈ। ਬੀਬੀ ਹੈਰਾਨ, ਜੋ ਭਾਈ ਸਾਹਿਬ ਬੜੀ ਥੋੜੀ ਚੀਜ਼ ਛਕਦੇ ਹਨ, ਇਸ ਵਿੱਚ ਕੋਈ ਭੇਦ ਹੈ। ਸ਼ਾਮ ਨੂੰ ਸਾਰੇ ਇਕੱਠੇ ਚਾਹ ਛਕ ਰਹੇ ਸਨ। ਮਲਕ ਸਾਹਿਬ ਵੀ ਉੱਥੇ ਪੁੱਜ ਗਏ ਸਨ। ਭਾਈ ਸਾਹਿਬ ਨੇ ਕਿਹਾ ਕਿ ਇੰਦਰ ਕੌਰ ਬਰਫੀ ਲਿਆਈ ਹੈ, ਉਹ ਵੀ ਮੰਗਵਾਓ। ਬਰਫੀ ਆਈ। ਮਲਕ ਜੀ ਨੇ ਇੱਕ ਟੁਕੜਾ ਲਿਆ। ਜਦੋਂ ਮੂੰਹ ਵਿੱਚ ਪਾਇਆ ਤਾਂ ਨੱਕ ਚਾੜਿਆ। ਭਾਈ ਸਾਹਿਬ ਨੇ ਉਸ ਨੂੰ ਦੇਖ ਲਿਆ। ਉਸਨੇ ਕਿਹਾ ਕਿ ਇਹ ਤਾਂ ਲੂਣੀ ਹੈ। ਉਹਨਾਂ ਦਾ ਖਿਆਲ ਸੀ ਕਿ ਸ਼ਾਇਦ ਇਹ ਖਰਾਬ ਹੋ ਗਈ ਹੈ, ਇਸ ਲਈ ਇਸ ਦਾ ਸਵਾਦ ਬਦਲ ਗਿਆ ਹੈ। ਭਾਈ ਸਾਹਿਬ ਨੇ ਕਿਹਾ ਕਿ ਸ਼ੱਕ ਨਾ ਕਰੋ, ਵੈਸੇ ਬਰਫੀ ਸਭ ਤਰ੍ਹਾਂ ਠੀਕ ਹੈ। ਮੱਝ ਖਾਂਗੜ ਹੈ। ਜਦੋਂ ਮੱਝ ਦੀ ਇਹ ਸਟੇਜ ਆਵੇ ਤਦੋਂ ਦੁੱਧ ਕੁਝ ਲੂਣਾ ਹੋ ਜਾਂਦਾ ਹੈ, ਇਸ ਲਈ ਲੂਣੀ ਹੈ। ਅਸੀਂ ਬੜੀ ਖਾਧੀ ਹੈ, ਪਰ ਕੰਬਖਤ ਖਤਮ ਹੀ ਨਹੀਂ ਹੋਈ, ਇਸ ਲਈ ਜ਼ਿਆਦਾ ਛੱਕੀ ਜੋ ਖਤਮ ਹੋ ਜਾਵੇ, ਹੋਰ ਕਿਸੇ ਵਾਸਤੇ ਰਹੇ ਹੀ ਨਾ, ਅਤੇ ਨਾ ਹੀ ਇਹ ਬੀਬੀ ਉਦਾਸ ਹੋਵੇ। ਫਿਰ ਭਾਈ ਸਾਹਿਬ ਨੇ ਇੱਕ ਗੱਲ ਸੁਣਾਈ। ਕਿਸੇ ਸੰਤ ਜੀ ਦਾ ਪ੍ਰਸ਼ਾਦ ਕਿਸੇ ਪ੍ਰੇਮੀ ਨੇ ਆਖਿਆ। ਰਾਇਤੇ ਵਿੱਚੋਂ ਘੀਆ ਪਾਇਆ ਸੀ। ਉਹ ਕੁਦਰਤਨ ਕੋੜਾ ਸੀ। ਸੰਤ ਜੀ ਨੇ ਕੋਲੀਆਂ ਭਰ ਭਰ ਕੇ ਰਾਇਤੇ ਦੀਆਂ ਪੀਤੀਆਂ। ਬਾਕੀ ਚੇਲਿਆਂ ਨੇ ਸੰਤਾਂ ਵੱਲ ਵੇਖ ਕੇ ਨੱਕ ਚਾੜ ਕੇ ਇੱਕ ਕੋਲੀ ਖਤਮ ਕੀਤੀ। ਜਦੋਂ ਘਰ ਵਾਲਿਆਂ ਨੇ ਪ੍ਰਸ਼ਾਦਾ ਛਕਿਆ ਤਦੋਂ ਰਾਇਤਾ ਕੋੜਾ ਜ਼ਹਿਰ ਸੀ। ਉਹ ਬੜੇ ਸ਼ਰਮਿੰਦਾ ਹੋ ਕੇ ਸੰਤਾਂ ਪਾਸੋਂ ਖਿਮਾ ਮੰਗਣ ਆਏ। ਸੰਤਾਂ ਨੇ ਕਿਹਾ ਕਿ ਉਹਨਾਂ ਨਾਲ ਉਹਨਾਂ ਦੇ ਚੇਲਿਆਂ ਨੇ ਮਿਲਵਰਤਨ ਨਹੀਂ ਕੀਤੀ। ਜਿਵੇਂ ਉਹਨਾਂ ਨੇ 3-4 ਕੋਲੀਆਂ ਰਾਇਤੇ ਦੀਆਂ ਪੀ ਲਈਆਂ ਸਨ, ਜੇਕਰ ਚੇਲੇ ਵੀ ਇਵੇਂ ਕਰਦੇ ਤਦੋਂ ਰਾਇਤਾ ਖਤਮ ਹੋ ਜਾਣਾ ਸੀ ਅਤੇ ਆਪ ਦੇ ਨੋਟਿਸ ਵਿੱਚ ਨਾ ਆਉਂਦਾ। ਤੁਸੀਂ ਉਦਾਸ ਨਾ ਹੋਵੋ, ਚਾਹੁੰਦੇ ਅਸੀਂ ਇਹ ਸੀ ਕਿ ਪਰ ਇਹ ਹੋ ਨਹੀਂ ਸਕਿਆ। ਸ਼ਰਾਕਤ ਦਾ ਸੱਚਾ ਤੇ ਸੁੱਚਾ ਵਿਹਾਰ। ਭਾਈ ਸਾਹਿਬ ਜੀ ਨੇ ਭਾਈ ਵਜ਼ੀਰ ਸਿੰਘ ਨਾਲ ਮਿਲ ਕੇ ਪ੍ਰੈਸ ਖੋਲ੍ਹਿਆ। ਇਸ ਪ੍ਰੈਸ ਦਾ ਨਾਂ ਭਾਈ ਸਾਹਿਬ ਨੇ ਆਪਣੇ ਨਾਂ ਤੇ ਨਹੀਂ ਰੱਖਿਆ, ਸਗੋਂ ਭਾਈਵਾਲ ਦੇ ਨਾਂ ਤੇ ਵਜ਼ੀਰ ਹਿੰਦ ਪ੍ਰੈਸ ਰੱਖਿਆ। ਜਦੋਂ ਪ੍ਰੈਸ ਚੱਲ ਪਿਆ ਤਾਂ ਭਾਈ ਸਾਹਿਬ ਦੇ ਮਨ ਕਈ ਪ੍ਰਕਾਰ ਦੀਆਂ ਮਸ਼ੀਨਾਂ ਮੰਗਵਾ ਕੇ ਲਗਾਉਣ ਦਾ ਫੁਰਨਾ ਫੁਰਿਆ। ਗੁਰੂ ਬਾਬੇ ਦੀ ਮਿਹਰ ਸਦਕਾ ਖਿਆਲ ਵਿੱਚ ਆਈਆਂ ਸਭ ਮਸ਼ੀਨਾਂ ਲੱਗ ਗਈਆਂ। ਭਾਈ ਸਾਹਿਬ ਇਹ ਦੇਖ ਕੇ ਉਸ ਦਾਤੇ ਦਾ ਬੜਾ ਸ਼ੁਕਰ ਕਰਦੇ ਸਨ। ਉਸ ਸਮੇਂ ਇਸ ਪ੍ਰੈਸ ਦੇ ਮੁਕਾਬਲੇ ਤੇ ਪੰਜਾਬ ਭਰ ਵਿੱਚ ਹੋਰ ਕੋਈ ਦੂਜਾ ਪੰਜਾਬੀ ਪ੍ਰੈਸ ਨਹੀਂ ਸੀ। ਭਾਈ ਵਜ਼ੀਰ ਸਿੰਘ ਜੀ 1908 ਵਿੱਚ ਚੜ੍ਹਾਈ ਕਰ ਗਏ। ਦੁਨਿਆਵੀ ਤਰੀਕੇ ਅਨੁਸਾਰ ਜੇਕਰ ਇੱਕ ਭਾਈਵਾਲ ਦੀ ਮ੍ਰਿਤੂ ਹੋ ਜਾਵੇ ਤਾਂ ਸ਼ਰਾਕਤਨਾਮਾ ਆਪਣੇ ਆਪ ਖਤਮ ਹੋ ਜਾਂਦਾ ਹੈ, ਪਰ ਇੱਥੇ ਜਦੋਂ ਤੱਕ ਪ੍ਰੈਸ ਵੇਚਿਆ ਨਹੀਂ ਗਿਆ, ਭਾਈ ਸਾਹਿਬ ਜੀ ਨੇ ਉਹਨਾਂ ਦੀ ਸ਼ਰਾਕਤ ਜਾਰੀ ਰੱਖੀ। ਪ੍ਰੈਸ ਵਿੱਚੋਂ ਜੋ ਵੀ ਮੁਨਾਫਾ ਹੁੰਦਾ, ਭਾਈ ਵਜ਼ੀਰ ਸਿੰਘ ਦਾ ਹਿੱਸਾ ਉਹਨਾਂ ਦੇ ਖਾਤੇ ਵਿੱਚ ਜਮ੍ਹਾਂ ਹੁੰਦਾ ਰਹਿੰਦਾ। ਭਾਈ ਵਜ਼ੀਰ ਸਿੰਘ ਦੇ 2 ਲੜਕੇ ਅਤੇ 2 ਲੜਕੀਆਂ ਸਨ। ਖਰਚਾ ਘਰ ਦਾ ਪ੍ਰੈਸ ਵਿੱਚੋਂ ਜਾਂਦਾ ਸੀ। ਲੜਕੀਆਂ ਦੇ ਜਵਾਨ ਹੋਣ ਉੱਤੇ ਭਾਈ ਸਾਹਿਬ ਜੀ ਨੇ ਆਪ ਖਰਚ ਕਰਕੇ ਅਤੇ ਸਿਰ ਉੱਪਰ ਹੋ ਕੇ ਵਿਆਹ ਕਰਵਾਏ। ਵੱਡਾ ਲੜਕਾ ਸਰਦਾਰ ਤਰਲੋਚਨ ਸਿੰਘ ਜਦੋਂ ਮੈਟ੍ਰਿਕ ਪਾਸ ਹੋ ਗਿਆ ਤਾਂ ਉਸ ਨੂੰ ਆਪਣੇ ਘਰ ਹੌਲ ਬਾਜ਼ਾਰ ਵਿੱਚ ਸੱਦ ਲਿਆ।
ਉਹ ਲੜਕਾ ਪੁੱਤਰਾਂ ਵਾਂਗ ਭਾਈ ਸਾਹਿਬ ਜੀ ਪਾਸ ਰਿਹਾ ਅਤੇ ਉੱਥੋਂ ਹੀ ਖਾਲਸਾ ਕਾਲਜ ਜਾਂਦਾ ਰਿਹਾ। ਜਦੋਂ BA ਦਾ ਇਮਤਿਹਾਨ ਪਾਸ ਕਰ ਲਿਆ ਤਾਂ ਉਸਨੇ ਵਲਾਇਤ ਜਾਣ ਦੀ ਇੱਛਾ ਪ੍ਰਗਟ ਕੀਤੀ। ਭਾਈ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਤੁਸੀਂ ਕਬੀਲਦਾਰ ਹੋ, ਆਪ ਦੇ ਸਿਰ ਜ਼ਿੰਮੇਵਾਰੀਆਂ ਹਨ। ਇੱਕ ਛੋਟਾ ਭਰਾ ਆਪ ਦਾ ਹੋਰ ਹੈ ਜੋ ਪੜ੍ਹਦਾ ਨਹੀਂ, ਉਸ ਦਾ ਵੀ ਸੋਚਣਾ ਹੈ। ਵਲਾਇਤ ਦਾ ਖਰਚਾ ਤੁਸੀਂ ਕਰ ਨਹੀਂ ਸਕਦੇ। ਸਰਦਾਰ ਤਰਲੋਚਨ ਸਿੰਘ ਨੇ ਰਿਸ਼ਤੇਦਾਰਾਂ ਪਾਸੋਂ ਰੁਪਏ ਦਾ ਪ੍ਰਬੰਧ ਕਰਕੇ ਵਲਾਇਤ ਜਾਣ ਦੀ ਤਿਆਰੀ ਕਰ ਹੀ ਲਈ ਅਤੇ ਭਾਈ ਸਾਹਿਬ ਜੀ ਤੋਂ ਆਗਿਆ ਲਏ ਬਿਨਾਂ, ਇਸ ਡਰ ਤੋਂ ਕਿ ਰੋਕ ਹੀ ਨਾ ਦੇਣ, ਟੁਰ ਗਿਆ। ਉਸਨੇ ਬੰਬਈ ਜਾ ਕੇ ਭਾਈ ਸਾਹਿਬ ਨੂੰ ਚਿੱਠੀ ਲਿਖੀ ਕਿ ਕੋਸ਼ਿਸ਼ ਕਰਕੇ ਰੁਪਏ ਦਾ ਪ੍ਰਬੰਧ ਕਰ ਲਿਆ ਹੈ, ਆਪ ਤੋਂ ਆਗਿਆ ਨਹੀਂ ਲਈ ਕਿ ਸ਼ਾਇਦ ਆਪ ਰੋਕ ਨਾ ਦੇਵੋ। ਸੋਚਦਾ ਹਾਂ ਕਿ ਜੋ ਡਾਕਟਰੇਟ ਕਰ ਆਵਾਂ ਤਾਂ ਭਵਿੱਖ ਬਣ ਜਾਏਗਾ, ਨਹੀਂ ਤਾਂ ਸਾਰੀ ਉਮਰ ਮਾਸਟਰੀ ਕਰਦਾ ਰਹਾਂਗਾ। ਆਪ ਕਿਰਪਾ ਕਰਕੇ ਬਖਸ਼ ਲਵੋ ਅਤੇ ਅਸੀਸ ਦੇਵੋ ਕੋਈ ਸਫਲਤਾ ਪ੍ਰਾਪਤ ਹੋਏ। ਭਾਈ ਸਾਹਿਬ ਨੇ ਖੁਸ਼ੀ ਵਿੱਚ ਆਗਿਆ ਬਖਸ਼ੀ ਅਤੇ ਸਫਲਤਾ ਦੀ ਅਸੀਸ ਦਿੱਤੀ। ਭਾਈ ਸਾਹਿਬ ਨੇ ਇੱਕ ਗੱਲ ਬੜੇ ਜ਼ੋਰਦਾਰ ਅੱਖਰਾਂ ਵਿੱਚ ਲਿਖੀ ਕਿ ਤੂੰ ਜਿਸ ਸ਼ਕਲ ਵਿੱਚ ਚੱਲਿਆ ਹੈ ਉਸੇ ਸ਼ਕਲ ਵਿੱਚ ਵਾਪਸ ਆਉਣਾ ਹੋਵੇਗਾ, ਤੇ ਜੇ ਇਸ ਦੇ ਉਲਟ ਗੱਲ ਕੀਤੀ ਤਾਂ ਫਿਰ ਸਾਡੇ ਮੱਥੇ ਨਹੀਂ ਲੱਗਣਾ। ਸਰਦਾਰ ਵਜ਼ੀਰ ਸਿੰਘ ਦਾ ਛੋਟਾ ਲੜਕਾ ਜੋ ਵਿਹਲਾ ਰਹਿੰਦਾ ਸੀ, ਭਾਈ ਸਾਹਿਬ ਨੇ ਉਸ ਲਈ ਬੜੇ ਯਤਨ ਕੀਤੇ ਕਿ ਉਹ ਪ੍ਰੈਸ ਦੇ ਕੰਮ 'ਤੇ ਹੀ ਲੱਗ ਜਾਏ। ਉਹ ਨਾ ਪੜ੍ਹਿਆ ਅਤੇ ਨਾ ਹੀ ਉਸਨੇ ਕੋਈ ਕੰਮ ਸਿੱਖਿਆ, ਪਰ ਆਪ ਉਸ ਦੀ ਪ੍ਰਤਿਪਾਲਨਾ ਕਰਦੇ ਰਹੇ। ਜਦੋਂ ਸਰਦਾਰ ਤਰਲੋਚਨ ਸਿੰਘ ਵਲਾਇਤ ਤੋਂ ਡਾਕਟਰੇਟ ਦੀ ਡਿਗਰੀ ਲੈ ਕੇ ਵਾਪਸ ਆਏ, ਤਦੋਂ ਆਪ ਨੇ ਪ੍ਰੈਸ ਵੇਚ ਦਿੱਤਾ ਅਤੇ ਸਰਦਾਰ ਵਜ਼ੀਰ ਸਿੰਘ ਦੇ ਹਿੱਸੇ ਦੀ ਰਕਮ ਸਰਦਾਰ ਤਰਲੋਚਨ ਸਿੰਘ ਨੂੰ ਦੇ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।